ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇਖ ਰਹੇ ਆਪ ਸਭ ਦਰਸ਼ਕਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ। ਜੀ ਹਾਂ, ਅੱਜ ਦੇ ਪ੍ਰੋਗਰਾਮ 'ਚ ਅਸੀਂ ਤੁਹਾਡੇ ਲਈ ਇੱਕ ਬੜੀ ਖਾਸ ਗੱਲਬਾਤ ਲੈ ਕੇ ਹਾਜ਼ਰ ਹੋਏ ਹਾਂ ਔਰ ਪ੍ਰੋਗਰਾਮ ਦੇ ਅਖੀਰ ਤੱਕ ਤੁਸੀਂ ਸਾਡੇ ਨਾਲ ਜੁੜੇ ਰਹੋ ਤਾਂ ਕਿ ਤੁਹਾਨੂੰ ਤੁਹਾਡੇ ਫਾਇਦੇ ਦੀ ਜਿਹੜੀ ਗੱਲ ਹੈ ਜੀ ਉਹ ਇੱਕ ਗੱਲ ਤੁਹਾਨੂੰ ਜਿਹੜੀ ਉਹ ਪਤਾ ਲੱਗ ਸਕੇ ਅਤੇ ਤੁਸੀਂ ਉਸ ਦਾ ਜਿਹੜਾ ਹੈ ਜੀ ਲਾਭ ਉਠਾ ਸਕੋ। ਜੀ ਹਾਂ, ਘਰ ਖਰੀਦਣੇ, ਵਪਾਰ, ਕਾਰੋਬਾਰ, ਜ਼ਮੀਨ ਜਾਇਦਾਦ ਕੈਨੇਡਾ ਦੇ ਵਿੱਚ ਖਰੀਦਣੀ ਜਿਹੜੀ ਹੈ ਜੀ ਉਹ ਜਿੱਥੇ ਬਹੁਤ ਸੌਖੀ ਹੈ ਉੱਥੇ ਜਿਹੜੀਆਂ ਕੁਝ ਇੱਕ ਬਾਰੀਕੀਆਂ ਹੁੰਦੀਆਂ ਹਨ ਖਾਸ ਤੌਰ ਦੇ ਉੱਤੇ ਉਸ ਚੀਜ਼ ਨੂੰ ਲੈਣ ਵਾਸਤੇ। ਤੁਹਾਡੀ ਹਿੰਮਤ ਅਤੇ ਤੁਹਾਡੀ ਡਾਊਨ ਪੇਮੈਂਟ ਅਤੇ ਤੁਹਾਡਾ ਕ੍ਰੈਡਿਟ ਜਿੱਥੇ ਅੱਛਾ ਹੋਣਾ ਚਾਹੀਦਾ ਉੱਥੇ ਨਾਲ ਦੀ ਨਾਲ ਉਸ ਨੂੰ ਲੈਣ ਦੇ ਲਈ ਕਿਹੜੀਆਂ ਮਾਇਕ ਤੌਰ ਦੇ ਉੱਤੇ ਫਾਈਨੈਂਸ਼ੀਅਲ ਜਿਹੜੀਆਂ ਤੁਹਾਡੀਆਂ ਓਬਲੀਗੇਸ਼ਨਸ ਜਾਂ ਪੈਸਾ ਧੇਲਾ ਤੁਸੀਂ ਕਿੱਥੋਂ ਲੈ ਸਕਦੇ ਹੋ, ਇਹ ਸਾਰੀ ਗੱਲਬਾਤ ਦੇ ਵਿਸ਼ੇ ਦੇ ਆਧਾਰਿਤ ਅੱਜ ਦੀ ਗੱਲਬਾਤ ਹੋਏਗੀ। ਔਰ ਇਸ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਭਾਈਚਾਰੇ ਦੇ ਵਿੱਚ ਲੰਬੇ ਸਮੇਂ ਤੋਂ ਮੌਰਗੇਜ ਫਾਈਨਾਂਸ ਲੋਨਸ ਦੀਆਂ ਸੇਵਾਵਾਂ ਦਿੰਦੇ ਆ ਰਹੇ ਮੌਰਗੇਜ ਬ੍ਰੋਕਰ ਸਤਪਾਲ ਸਰੋਆ ਜੀ ਸਾਡੇ ਨਾਲ ਹਨ। ਸੋ ਸਤਪਾਲ ਸਰੋਆ ਜੀ, ਤੁਹਾਡਾ ਪ੍ਰੋਗਰਾਮ ਹੈਲੋ ਕੈਨੇਡਾ ਦੇ ਵਿੱਚ ਨਿੱਘਾ ਸਵਾਗਤ। ਜੀ ਆਇਆਂ ਨੂੰ। ਥੈਂਕ ਯੂ ਭਾਈ, ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੀ ਗੱਲਬਾਤ ਜਿਹੜੀ ਹੈ ਜੀ, ਬੈਂਕ ਆਫ ਕੈਨੇਡਾ ਇੱਕ ਐਸਾ ਅਦਾਰਾ ਹੈ ਕੈਨੇਡਾ ਦੇ ਵਿੱਚ, ਸਾਡੇ ਦਰਸ਼ਕ ਜਾਣਦੇ ਨੇ ਕਿ ਜਿਹੜਾ ਤੁਹਾਡੇ ਰੇਟਸ ਜਿਹੜੇ ਨੇ ਇੰਟਰਸਟ ਰੇਟ ਕਿੰਨਾ ਹੋਣਾ ਚਾਹੀਦਾ ਹੈ ਉਹ ਇੱਕ ਬੈਂਚਮਾਰਕ ਕਹਿ ਲਓ ਕਿ ਇੱਕ ਉਹ ਸੈੱਟ ਕਰਦਾ ਕਿ ਆਹ ਰੇਟ ਆਫ ਇੰਟਰਸਟ ਹੋਣਾ ਚਾਹੀਦਾ। ਬੀਤੇ ਦਿਨ ਨਾ ਕਾਫੀ ਜ਼ਿਆਦਾ ਖਬਰਾਂ ਆਈਆਂ ਕਿ ਬੈਂਕ ਆਫ ਕੈਨੇਡਾ ਨੇ ਜੀ ਰੇਟ ਆਫ ਇੰਟਰਸਟ ਚੱਕਤਾ ਅਤੇ ਜਦੋਂ ਆਪਾਂ ਕਹਿੰਦੇ ਰੇਟ ਵਧਾ ਦਿੱਤਾ ਤਾਂ ਆਮ ਜਿਹੜੀ ਪਬਲਿਕ ਹੈ ਜੀ ਉਹਨਾਂ ਨੂੰ ਇਹ ਲੱਗਦਾ ਕਿ ਪਤਾ ਨਹੀਂ ਕਿੰਨਾ ਵੱਧ ਗਿਆ। ਵੱਧਦਾ ਸ਼ਬਦ ਜਿਹੜਾ ਨਾ ਜੀ ਉਹ ਜੇ ਤਾਂ ਆਪਣੇ ਘਰੇ ਆਉਣਾ ਹੋਵੇ ਫਿਰ ਤਾਂ ਚੰਗਾ ਲੱਗਦਾ, ਜਦੋਂ ਕੋਈ ਚੀਜ਼ ਵੱਧ ਰਹੀ ਹੁੰਦੀ ਹੈ, ਕੀਮਤ ਵੱਧ ਰਹੀ ਹੁੰਦੀ ਤਾਂ ਔਖਾ ਲੱਗਦਾ। ਇਹ ਥੋੜ੍ਹਾ ਜਿਹਾ ਦੱਸੋ ਕਿ ਰੇਟ ਆਫ ਇੰਟਰਸਟ ਕੀ ਹੈ ਜੀ ਬੈਂਕ ਆਫ ਕੈਨੇਡਾ ਦਾ, ਔਰ ਇਹਦੇ ਨਾਲ ਮੌਰਗੇਜਿਸ ਦੇ ਉੱਤੇ, ਰੈਜ਼ੀਡੈਂਸ਼ੀਅਲ ਮੌਰਗੇਜਿਸ ਦੇ ਉੱਤੇ ਜਾਂ ਜਿਹੜੀ ਹੈ ਲੋਕਾਂ ਦੀ ਕੁਆਲੀਫਿਕੇਸ਼ਨ ਦੇ ਉੱਤੇ ਕੀ ਅਸਰ ਪੈ ਰਿਹਾ? ਥੈਂਕ ਯੂ ਭਾਅ ਜੀ। ਜਿੱਦਾਂ ਤੁਸੀਂ ਕਿਹਾ, ਨੈਚੁਰਲੀ ਜਦੋਂ ਕੋਈ ਰੇਟ ਵੱਧਦੇ ਨੇ ਅਸੀਂ ਡਰਦੇ ਘਬਰਾਉਂਦੇ ਵੀ ਹੁੰਦੇ ਹੈਗੇ ਹਾਂ, ਪਰ ਸਾਨੂੰ ਇੰਨਾ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਦੇਖੋ ਇਸ ਵੇਲੇ ਸਾਡੀ ਮਾਰਕੀਟ ਜਿਹੜੀ ਉਹ ਬਹੁਤ ਹੀ ਪੀਕ 'ਤੇ ਗਈ ਆ ਔਰ ਉਹਦਾ ਰਿਜ਼ਲਟ ਕੀ ਹੋ ਰਿਹਾ ਕਿ ਕਈਆਂ ਦੀ ਅਫੋਰਡੇਬਿਲਿਟੀ ਤੋਂ ਉਹਨੂੰ ਮੁਸ਼ਕਿਲ ਹੋ ਰਿਹਾ, ਅਫੋਰਡ ਨਹੀਂ ਕਰ ਪਾ ਰਹੇ ਹੈਗੇ। ਔਰ ਉਸੇ ਕਰਕੇ ਜਿਹੜੀ ਸਾਡੀ ਗੌਰਮੈਂਟ ਉਹ ਟਾਈਮ ਟੂ ਟਾਈਮ ਇਹਨੂੰ ਇਸੇ ਚੀਜ਼ ਨੂੰ ਬ੍ਰੇਕਸ ਲਾਉਣ ਵਾਸਤੇ ਉਹ ਇੰਟਰਸਟ ਰੇਟ ਦੇ ਵਿੱਚ ਵਾਧਾ ਜਾਂ ਘਟਾ ਕਰਦੀ ਰਹਿੰਦੀ ਹੈਗੀ। ਤੁਸੀਂ ਪਿੱਛੇ ਦੇਖੋ, ਪਿਛਲੇ ਆਪਣੇ ਸਾਲ ਦੇ ਵਿੱਚ ਇੰਟਰਸਟ ਰੇਟ ਬਹੁਤ ਘੱਟ ਸੀਗੇ ਔਰ ਉਹਦੇ ਨਾਲ ਪ੍ਰਾਈਸਿਸ ਵੀ ਸਾਡੀਆਂ ਕਾਫੀ ਚਲੇ ਗਈਆਂ, ਉੱਪਰ ਚਲੇ ਗਈਆਂ ਔਰ ਪ੍ਰਾਈਸਿਸ ਉੱਪਰ ਦੇ ਜਾਣ ਦੇ ਨਾਲ ਸਾਡੀ ਜਿਹੜੀਆਂ ਅਫੋਰਡੇਬਿਲਿਟੀ ਦੇ ਉੱਤੇ ਅਸਰ ਆ ਗਿਆ ਹੈ। ਹੁਣ ਜੇ ਰੇਟ ਜਿਹੜੇ ਸਾਡੇ ਘਟ ਰਹੇ ਨੇ, ਜਿਹੜੀ ਬੈਂਕ ਆਫ ਕੈਨੇਡਾ ਹਮੇਸ਼ਾ ਜਿਹੜਾ ਰੇਟ ਜੇ ਵਧਾਉਂਦੀ ਹੈ ਜਾਂ ਘਟਾਉਂਦੀ ਹੈ, ਜਿਹਦਾ 1/4% ਜਿਹੜਾ ਉਹ ਵਾਧਾ ਹੈਗਾ। ਜਿੱਦਾਂ ਇਸ ਵੇਲੇ ਅੱਜ ਜਿਹੜਾ ਪ੍ਰਾਈਮ ਰੇਟ ਸਾਡਾ 2.7 ਹੈਗਾ ਆ, ਹੋ ਸਕਦਾ ਕੱਲ੍ਹ ਨੂੰ 1/4% ਹੋਰ ਵਧੇ, ਹੋ ਸਕਦਾ 3 ਮਹੀਨੇ 4 ਮਹੀਨੇ ਬਾਅਦ ਹੋਰ ਵਧੇ। ਪ੍ਰੈਡਿਕਸ਼ਨ ਇਹ ਹੈ ਕਿ ਸ਼ਾਇਦ ਸਾਡਾ 2 ਵਾਰ ਜਾਂ 3 ਵਾਰ ਵਧੇਗਾ। ਇਹ ਸਾਡੀ ਇੱਥੇ ਦੀ ਪ੍ਰੈਡਿਕਸ਼ਨ ਹੈਗੀ ਆ। ਰੀਜ਼ਨ ਵਧਾਉਣ ਦਾ ਭਾਜੀ ਇਹੋ ਹੀ ਆ ਕਿ ਜਿਹੜੀ ਸਾਡੀ ਮਾਰਕੀਟ ਹੈਗੀ ਆ ਇਹਨੂੰ ਥੋੜ੍ਹਾ ਜਿਹਾ ਕੂਲ ਡਾਊਨ ਕਰਨ ਦੇ ਵਾਸਤੇ ਹੈਗਾ ਆ। ਹਾਂ, ਜਿਹੜੀ ਸਾਡੀ ਅਫੋਰਡੇਬਿਲਿਟੀ ਹੈ ਓਵਰਆਲ ਅਫੋਰਡੇਬਿਲਿਟੀ ਦੇ ਉੱਪਰ ਨਹੀਂ ਅਸਰ ਆਉਂਦਾ ਕਿਉਂਕਿ ਜਿਹੜੀ ਸਾਡੀ ਕੁਆਲੀਫਿਕੇਸ਼ਨ ਆਲਰੇਡੀ ਜਿਹੜੀ ਬੈਂਕ ਆਫ ਕੈਨੇਡਾ ਨੇ ਸੈਟਅਪ ਕੀਤਾ ਹੈਗਾ ਉਹ 5.25 ਤੇ ਆ। ਠੀਕ ਹੈ। ਤੇ ਜਦੋਂ ਅਸੀਂ ਕਿਸੇ ਨੂੰ ਕੁਆਲੀਫਾਈ ਕਰਦੇ ਅਸੀਂ 5.25 ਤੇ ਕੁਆਲੀਫਾਈ ਕਰਦੇ ਹੈਗੇ, ਸਟ੍ਰੈਸ ਟੈਸਟ ਦੇ ਵਿੱਚ ਹੈਗੇ ਆ। ਹਾਂਜੀ, ਜਿਹੜਾ ਸਾਡਾ ਰੇਟ ਹੈ ਜੇ ਅੱਜ 2.75 ਪ੍ਰਾਈਮ ਆ, ਕੱਲ੍ਹ ਨੂੰ 3 ਹੋ ਸਕਦਾ, ਕੱਲ੍ਹ ਨੂੰ 3.5 ਹੋ ਸਕਦਾ ਹੈਗਾ। ਔਰ ਉਹਦੇ ਵਿੱਚ ਕੀ ਹੈ, ਬੈਂਕਾਂ ਸਾਨੂੰ ਡਿਸਕਾਊਂਟ ਰੇਟ ਦਿੰਦੀਆਂ। ਤੁਹਾਡਾ ਰੇਟ ਕਿੰਨਾ, ਪ੍ਰਾਈਮ ਮਾਈਨਸ ਲੈਟਸ ਸੇ 0.5 ਹੈ ਜਾਂ 0.6 ਹੈ ਜਾਂ ਇਸ ਤਰ੍ਹਾਂ ਹੈਗਾ। ਤਾਂ ਹਾਂ, ਘਬਰਾਹਟ ਹੈਗੀ ਆ, ਨੋ ਡਾਊਟ ਹੋਏਗੀ ਵੀ, ਨੋ ਡਾਊਟ। ਪਰ ਜੇ ਤੁਸੀਂ ਓਵਰਆਲ ਦੇਖਿਆ ਜਾਵੇ, ਕਿਉਂਕਿ ਅਸੀਂ ਜਿਹੜੇ ਅੱਜ ਘਰ ਅਫੋਰਡ ਨਹੀਂ ਕਰ ਪਾਉਂਦੇ ਉਹਨਾਂ ਨੇ ਘਰ ਤਾਂ ਲੈਣੇ ਹੀ ਆ। ਬਿਲਕੁਲ ਜੀ, ਲੈਣੇ ਆ ਜੀ। ਕਿਸੇ ਨੇ ਕਿਰਾਏ 'ਤੇ ਤਾਂ ਹਰ ਵੇਲੇ ਨਹੀਂ ਰਹਿਣਾ ਹੈਗਾ ਤੇ ਇਹਦਾ ਇਸ ਕਰਕੇ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਲੈਟਸ ਕੀਪ ਔਨ ਮੂਵਿੰਗ ਫਾਰਵਰਡ। ਬਿਲਕੁਲ। ਸੋ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸਦੇ ਕਿ ਜਿਹੜੀ ਵਿਸਤਾਰ ਦੇ ਨਾਲ ਜਿਹੜੀ ਤੁਹਾਡੀ ਜਿਵੇਂ ਕਹਿੰਦੇ ਕਸਟਮ ਮੇਡ ਸੋਲਿਊਸ਼ਨ ਤੁਹਾਡੀ ਫਾਈਨੈਂਸ਼ੀਅਲ ਨੀਡਸ ਦਾ ਹੈ ਉਹ ਤੁਸੀਂ ਪ੍ਰਾਪਤ ਕਰਨ ਦੇ ਲਈ ਸਤਪਾਲ ਸਰੋਆ ਜੀ ਦੇ ਨਾਲ ਇਹਨਾਂ ਦੇ ਜਿਹੜੇ ਫੋਨ ਨੰਬਰ ਜਦੋਂ ਜਿਹੜੇ ਸਕਰੀਨ ਦੇ ਉੱਤੇ ਅਸੀਂ ਦਿਖਾਉਂਦੇ ਹੁੰਦੇ ਹਾਂ ਵਾਰ-ਵਾਰ, ਤਾਂ ਉਹਨਾਂ ਦੇ ਉੱਤੇ ਸੰਪਰਕ ਕਰਕੇ ਤੁਸੀਂ ਗੱਲ ਕਰ ਸਕਦੇ ਹੋ। ਜੀ ਹਾਂ, ਨੰਬਰ 647 831 4742 ਹੁਣ ਤੁਸੀਂ ਵੇਖ ਰਹੇ ਹੋ। ਸੋ ਇਹਦੇ ਨਾਲ ਜਿਹੜੀ ਤੁਸੀਂ ਗੱਲ ਦੱਸੀ ਹੈ ਕਿ ਇਹ ਕੂਲ ਆਫ ਕਰਨ ਦੇ ਲਈ ਜਾਂ ਇਹ ਕਹਿ ਲਓ ਕਿ ਇਕੋਨਮੀ ਨੂੰ ਚੱਲਦਾ ਰੱਖਣ ਦੇ ਲਈ, ਕਿਉਂਕਿ ਇਹ ਨਾ ਹੋਵੇ ਕਿ ਇੱਕ ਘੋੜਾ ਇਕੋਨਮੀ ਦਾ ਜਿਹੜੇ ਵੱਖ-ਵੱਖ ਘੋੜੇ ਨੇ ਉਹ ਇੱਕ ਘੋੜਾ ਬਹੁਤ ਅੱਗੇ ਨਿਕਲ ਜਾਵੇ, ਜਿਹੜਾ ਕਿ ਹਾਲਾਤ ਲੱਗ ਰਹੇ ਸਨ। ਬੀਇੰਗ ਅ ਰੀਅਲ ਸਟੇਟ ਬ੍ਰੋਕਰ ਅਸੀਂ ਵੇਖ ਰਹੇ ਹਾਂ ਕਿ ਪਿਛਲੇ 2 ਸਾਲਾਂ ਦੇ ਵਿੱਚ ਜਿਹੜੀਆਂ ਕੀਮਤਾਂ ਦੇ ਵਿੱਚ ਮਣਾ ਮੂੰਹੀ, ਜਿਹਨੂੰ ਆਪਾਂ ਪੰਜਾਬੀ ਸਿੱਧੇ ਸ਼ਬਦਾਂ 'ਚ ਕੀ ਵਾਧਾ ਹੋਇਆ ਜੀ, ਉਹ ਵਾਧਾ ਜਿਹੜਾ ਜੀ ਉਹ ਉਸ ਨੂੰ ਇੱਕ ਥੋੜ੍ਹਾ ਜਿਹਾ ਰੋਕ ਜਾਂ ਉਹਨੂੰ ਬ੍ਰੇਕਾਂ ਜਾਂ ਉਹਨੂੰ ਠੱਲ ਪਾਉਣ ਦੇ ਲਈ ਜਾਂ ਇੱਕ ਇਕੋਨਮੀ ਨੂੰ ਬੈਲੈਂਸ ਕਰਨ ਦੇ ਲਈ ਸਰਕਾਰਾਂ ਦੇ ਇਹ ਕਦਮ ਹੁੰਦੇ ਨੇ। ਸੋ ਅਗਲਾ ਜਿਹੜਾ ਮੇਰਾ ਸਵਾਲ ਹੈ ਜੀ ਉਹ ਇਹ ਹੈ ਕਿ
ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਘਰ ਦੀ ਉਹਨਾਂ ਨੇ ਘਰ ਲੈ ਲਿਆ, ਉਹਦੀ ਕਲੋਜ਼ਿੰਗ ਜਿਹੜੀ ਹੈ ਜੀ ਉਹ ਦੀ ਡੇਟ ਵੀ ਮੁਕਰਰ ਹੋ ਗਈ ਹੈ, ਪਰ ਐਨ ਵਕਤ ਦੇ ਉੱਤੇ ਆ ਕੇ ਕਈ ਵਾਰੀ ਉਹਨਾਂ ਨੂੰ ਕੋਈ ਫਾਈਨੈਂਸ਼ੀਅਲ ਜਿਹੜਾ ਹੈ ਜੀ ਉਹਨਾਂ ਨੂੰ ਕੋਈ ਹਿੱਚ ਜਾਂ ਕੋਈ ਪ੍ਰੋਬਲਮ ਕੋਈ ਆ ਗਈ ਹੈ। ਤਾਂ ਐਸੇ ਹਾਲਾਤਾਂ ਦੇ ਨਾਲ ਉਹ ਨਾ ਪੈਦਾ ਹੋਣ, ਇਹ ਸ਼ੁਰੂ ਤੋਂ ਹੀ ਜਦੋਂ ਚੱਲਦੇ ਆ, ਜਦੋਂ ਉਹ ਮੌਰਗੇਜ ਅਪਲਾਈ ਕਰਦੇ ਆ, ਮੌਰਗੇਜ ਲੈਂਦੇ ਆ, ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ, ਮੋਟੀਆਂ-ਮੋਟੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਜੀ? ਦੇਖੋ ਜੀ, ਮੈਂ ਹਮੇਸ਼ਾ ਇਹ ਰਿਕਮੈਂਡ ਕਰਦਾ ਹੈਗਾ ਕਿ ਤੁਸੀਂ ਜਦੋਂ ਵੀ ਕਿਸੇ ਆਫਰ ਪਾਉਂਦੇ ਹੋ, ਕੁਝ ਵੀ ਕਰਦੇ ਹੋ, ਬੈਸਟ ਹੈ ਕਿ ਤੁਸੀਂ ਆਫਰ ਪਾਉਣ ਤੋਂ ਪਹਿਲਾਂ ਹੀ ਮੈਨੂੰ ਜਾਂ ਜੋ ਵੀ ਜਿਹੜੇ ਮੌਰਗੇਜ ਬ੍ਰੋਕਰ ਹੈਗੇ ਨੇ ਕੰਸਲਟੈਂਟ, ਉਹਨਾਂ ਨੂੰ ਤੁਸੀਂ ਕੰਸਲਟ ਕਰੋ, ਤਾਂ ਕਿ ਤੁਸੀਂ ਉਸ ਟਾਈਮ ਤੇ ਜਾ ਕੇ ਇਹਨਾਂ ਜਿਹੜੀ ਮੁਸ਼ਕਲਾਂ ਦੇ ਵਿੱਚ ਤੁਸੀਂ ਨਾ ਫਸੋ। ਠੀਕ ਹੈ। ਹੁੰਦਾ ਕੀ ਹੈ ਕਿ ਕਈ ਵਾਰੀ ਅਸੀਂ ਅਜ਼ਿਊਮ ਕਰ ਲੈਂਦੇ ਕਿ ਕੋਈ ਨਹੀਂ, ਮੇਰਾ ਕ੍ਰੈਡਿਟ ਬਹੁਤ ਸੋਹਣਾ ਹੈਗਾ, ਜਾਂ ਸਾਡੇ ਕੋਲ ਪੈਸੇ ਹੈਗੇ ਨੇ, ਸਾਡੇ ਕੋਲ ਡਾਊਨ ਪੇਮੈਂਟ ਲਈ ਪੈਸੇ ਹੈਗੇ ਨੇ, ਪਰ ਐਨ ਟਾਈਮ ਤੇ ਜਾ ਕੇ ਜਦੋਂ ਸਾਡੀ ਕਲੋਜ਼ਿੰਗ ਹੋਣੀ, ਇੱਕ ਦੋ ਦਿਨ ਪਹਿਲਾਂ ਤੁਹਾਨੂੰ ਕਹਿੰਦੇ ਜੀ ਨਹੀਂ ਜੀ ਤੁਹਾਡੇ ਕੋਲ ਤਾਂ ਪੈਸੇ ਘੱਟ ਗਏ ਨੇ, ਤੁਸੀਂ ਪੈਸੇ ਹੋਰ ਲੈ ਕੇ ਆਓ ਜੀ। ਉਸ ਵੇਲੇ ਤੁਸੀਂ ਕਿੱਥੇ ਜਾਵੋਗੇ? ਬਿਲਕੁਲ। ਜਾਂ ਬੈਂਕ ਵਾਲੇ ਕਹਿੰਦੇ ਜੀ ਤੁਸੀਂ ਸਾਡੇ ਕੋਲ ਨਹੀਂ ਪ੍ਰੂਵ ਹੁੰਦੇ, ਦੈਨ ਯੂ ਹੈਵ ਟੂ ਗੋ ਟੂ ਬੀ ਲੈਂਡਿੰਗ। ਬਿਲਕੁਲ, ਠੀਕ ਹੈ ਜੀ। ਉੱਥੇ ਕਾਸਟਲੀ ਪੈਂਦਾ ਉਸ ਵੇਲੇ, ਬਿਲਕੁਲ ਉਹਦੀ ਕਾਸਟ ਵੱਧ ਜਾਂਦੀ, ਬਹੁਤ ਕਾਸਟਲੀ ਹੁੰਦਾ, ਜਿਹੜਾ ਕਿ ਅਸੀਂ ਕਦੀ ਸੋਚਿਆ ਨਹੀਂ ਹੁੰਦਾ ਉਹਦੇ ਬਾਰੇ। ਮੈਂ ਹਮੇਸ਼ਾ ਇਹ ਕਹੂੰਗਾ ਕਿ ਜੇ ਤੁਸੀਂ ਆਫਰ ਪਾਤੀ ਆ, ਕੋਈ ਗੱਲ ਨਹੀਂ, ਤੁਸੀਂ ਵਾਪਸ ਆਵੋ, ਮੇਰੇ ਨਾਲ ਬੈਠ ਕੇ ਗੱਲ ਕਰੋ, ਤੁਹਾਡੇ ਵਾਸਤੇ ਜਿਹੜੀ ਸਾਨੂੰ, ਤਾਂ ਕਿ ਮੈਨੂੰ ਪਤਾ ਲੱਗ ਜਾਏਗਾ ਤੁਹਾਨੂੰ ਇਸ ਵੇਲੇ ਦਿੱਕਤਾਂ ਕਿੱਥੇ ਆ ਰਹੀਆਂ ਹੈ, ਔਰ ਉਹਦਾ ਜਿਹੜਾ ਅਸੀਂ ਸੋਲੂਸ਼ਨ ਇਹਨੂੰ ਉਸ ਸੋਲੂਸ਼ਨ ਨੂੰ ਅਸੀਂ ਪਲੇਸ ਕਰੀਏ, ਤਾਂ ਕਿ ਸਾਡੀ ਇੱਕ ਸਮੂਥ ਕਲੋਜ਼ਿੰਗ ਹੋ ਜਾਏ, ਦਿੱਕਤ ਨਾ ਆਵੇ ਕਿਸੇ ਗੱਲ ਦੀ। ਹਾਂ, ਦਿੱਕਤ ਆਉਂਦੀਆਂ ਨੇ, ਡਿਫਿਕਲਟੀਜ਼ ਆਉਂਦੀਆਂ ਨੇ ਹੈਗੀਆਂ, ਪਰ ਇਫ ਉਹਨੂੰ ਅਸੀਂ ਪਹਿਲਾਂ ਪਲਾਨ ਕਰਕੇ ਤੁਰੀਏ ਤਾਂ ਸਾਡੀਆਂ ਉਹ ਡਿਫਿਕਲਟੀਜ਼ ਘੱਟ ਜਾਂਦੀਆਂ ਨੇ। ਬਿਲਕੁਲ ਜੀ। ਸੋ ਇਹ ਜਿਹੜੀਆਂ ਬਾਰੀਕੀਆਂ ਨੇ ਜੀ, ਅਗੇਨ ਮੈਂ ਉਹੀ ਬੇਨਤੀ ਕਰਾਂਗਾ ਕਿ ਨਿੱਕੀਆਂ ਗੱਲਾਂ ਹੁੰਦੀਆਂ ਨੇ, ਲੇਕਿਨ ਉਹ ਕਿੱਡਾ ਵੱਡਾ ਉਹਨਾਂ ਦਾ ਅਸਰ ਹੋਣਾ ਹੈ ਉਹ ਤੁਹਾਨੂੰ ਐਂਡ ਮੌਕੇ ਦੇ ਉੱਤੇ ਪਤਾ ਲੱਗਦਾ ਹੈ। ਕਿਉਂਕਿ ਮੈਂ ਇੱਕ ਐਗਜ਼ਾਮਪਲ ਜੇਕਰ ਆਜ਼ਾਦ ਦਊਂ ਤੇ ਮੈਂ ਦੇਣੀ ਚਾਹਾਂਗਾ ਕਿ ਕਈ ਵਾਰ ਨਾ ਅਸੀਂ ਕ੍ਰੈਡਿਟ ਕਾਰਡ ਇੰਨੇ ਕੁ ਇਕੱਠੇ ਕਰ ਲੈਂਦੇ ਹਾਂ, ਜਿਹੜੇ ਵੀ ਸਟੋਰ ਜਾਓ ਅਗਲਾ ਤੁਹਾਨੂੰ ਕ੍ਰੈਡਿਟ ਕਾਰਡ ਤੁਹਾਡਾ, ਕਿਉਂਕਿ ਕ੍ਰੈਡਿਟ ਚੰਗਾ ਹੁੰਦਾ, ਤੁਸੀਂ ਮਤਲਬ 2 4 5 6 ਕ੍ਰੈਡਿਟ ਕਾਰਡ ਲਏ ਹੁੰਦੇ ਨੇ ਜੀ। ਉਹ ਛੋਟੇ ਜਿਹੜੇ ਰਿਟੇਲ ਸਟੋਰਾਂ ਦੇ ਕ੍ਰੈਡਿਟ ਕਾਰਡ ਨੇ, ਅਸੀਂ ਇਹ ਨਹੀਂ ਕਹਿੰਦੇ ਕਿ ਬੁਰਾਈ ਹੈ, ਕੋਈ ਨਹੀਂ ਲੈਣੇ ਚਾਹੀਦੇ, ਪਰ ਹਾਂ ਤੁਸੀਂ ਆਪਣਾ ਕ੍ਰੈਡਿਟ ਸ਼ੁਰੂ ਕਰਨ ਦੇ ਲਈ ਉਹਨਾਂ ਨੂੰ ਜ਼ਰੂਰ ਲਓ। ਤਾਂ ਉਹਨਾਂ ਦਾ ਅਸਰ ਜਿਹੜਾ ਹੈ ਜੀ, ਕਈ ਕਹਿੰਦੇ ਨੇ ਕਿ ਮੇਰੇ ਕੋਲ 10 ਕ੍ਰੈਡਿਟ ਕਾਰਡ ਨੇ ਜੀ, 6 ਕ੍ਰੈਡਿਟ, ਮਤਲਬ ਆਮ ਹੀ ਲੋਕ ਕਹਿੰਦੇ ਨੇ ਕਿ 4 5 ਤਾਂ ਆਮ ਹੀ ਕਹਿੰਦੇ ਨੇ। ਇਹ ਵੱਧ ਕ੍ਰੈਡਿਟ ਕਾਰਡਾਂ ਦਾ ਹੋਣਾ ਜਾਂ ਕੀ ਨੁਕਸਾਨਦਾਇਕ ਹੈ ਜੀ? ਨਹੀਂ, ਨੁਕਸਾਨਦਾਇਕ ਨਹੀਂ ਹੈਗਾ, ਮੈਂ ਇਹ ਨਹੀਂ ਕਹੂੰਗਾ ਨੁਕਸਾਨਦਾਇਕ ਹੈਗਾ ਆ, ਐਜ਼ ਲੌਂਗ ਐਜ਼ ਤੁਸੀਂ ਜਿਹੜੀਆਂ ਪੇਮੈਂਟਸ ਉਹ ਕਰੀ ਜਾਂਦੇ ਹੈਗੇ ਆ, ਔਰ ਉਹਨਾਂ ਨੂੰ ਤੁਸੀਂ ਅਪ ਟੂ ਡੇਟ ਕਰਦੇ ਆ। ਠੀਕ। ਸਾਡੇ ਕੋਲ ਦੇਖੋ ਜਿਹੜਾ ਸਾਡਾ ਲੈਂਡਰ ਉਹ ਦੇਖਦਾ ਕਿ ਇਹਦੀ ਕ੍ਰੈਡਿਟ ਲਿਮਿਟ ਕਿੰਨੀ ਗਿਆ, ਮੀਨ ਕਿ ਹਾਊ ਮੱਚ ਮਨੀ ਹੀ ਕੈਨ ਟੇਕ ਕੇਅਰ, ਟਰਸਟ ਕਿੰਨਾ ਕੀਤਾ ਜਾ ਸਕਦਾ, ਦੂਸਰੇ ਦਾ ਪੈਸੇ ਦਾ ਕਿੰਨਾ ਟਰਸਟ ਕੀਤਾ ਜਾ ਸਕਦਾ। ਲੈਂਡਰ ਤੁਹਾਨੂੰ ਇਸ ਤਰ੍ਹਾਂ ਦੇਖਦਾ ਹੈ। ਬਿਲਕੁਲ। ਲੈਟਸ ਸੇ ਤੁਹਾਡੇ ਕੋਲ 10 ਵੀ ਕ੍ਰੈਡਿਟ ਕਾਰਡ ਆ, ਨਥਿੰਗ ਰੋਂਗ ਇਨ ਇਟ। ਤੁਸੀਂ ਟਾਈਮ ਨਾਲ ਕਿਹੜਾ ਵੀ ਕ੍ਰੈਡਿਟ ਕਾਰਡ ਯੂਜ਼ ਕਰਨਾ, ਉਹਨੂੰ ਟਾਈਮ ਨਾਲ ਯੂਜ਼ ਕਰੋ, ਜਿੱਦਾਂ ਵੀ ਯੂਜ਼ ਕਰਦੇ ਉਹਨੂੰ ਇਨ ਟਾਈਮ ਉਹਦੀ ਪੇਮੈਂਟ ਕਰੋ। ਠੀਕ। ਅੱਛਾ, ਜਿਹੜੀ ਪੇਮੈਂਟ ਜੇ ਤੁਸੀਂ ਇਨ ਟਾਈਮ ਨਹੀਂ ਕਰਦੇ ਹੈਗੇ, ਦੈਨ ਦੇਰ ਇਜ਼ ਅ ਪ੍ਰੋਬਲਮ। ਬਿਲਕੁਲ। ਜਾਂ ਤੁਸੀਂ ਓਵਰ ਸਾਰੇ ਕ੍ਰੈਡਿਟ ਕਾਰਡ ਭਰ ਲਏ ਨੇ, ਜਿਵੇਂ ਅਕਸਰ ਸ਼ਬਦ ਯੂਜ਼ ਕਰਦੇ, ਮੇਰੇ ਕ੍ਰੈਡਿਟ ਕਾਰਡ ਸਾਰੇ ਭਰੇ ਹੋਏ ਨੇ ਜੀ, ਭਾਵ ਤੁਸੀਂ ਆਪਣੇ ਵਿੱਤੋਂ ਬਾਹਰ, ਆਪਣੀ ਚਾਦਰ ਤੋਂ ਬਾਹਰ ਜਾ ਕੇ ਪੈਰ ਪਸਾਰਿਆ, ਤੇ ਜਿੱਥੇ ਵੀ ਤੁਹਾਡਾ ਦਿਲ ਕੀਤਾ, ਤੁਹਾਡੇ ਮਨ ਨੇ ਚਾਹਿਆ, ਕਿਉਂਕਿ ਇਹਨਾਂ ਮੁਲਕਾਂ 'ਚ ਬੜੀ ਨਾ ਉਹਨੂੰ ਪ੍ਰੋਵੋਕੇਟਿਵ ਕਹਿ ਲਓ, ਇੱਕ ਤਰ੍ਹਾਂ ਦੀ ਸੈਲਿੰਗ ਹੁੰਦੀ ਹੈ, ਜਿਹਨੂੰ ਕਿ ਬਾਏ ਬੰਦਾ ਜਦੋਂ ਦੇਖਦਾ, ਹੋਰਡਿੰਗ ਦੇਖਦਾ, ਬੋਰਡ ਦੇਖਦਾ, ਐਡਵਰਟਾਈਜ਼ਮੈਂਟ ਦੇਖਦਾ, ਰੌਲਾ ਦੇਖਦਾ, ਉਹਨੂੰ ਚਾਹੇ ਉਸ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ, ਫਿਰ ਵੀ ਉਹ ਕ੍ਰੈਡਿਟ ਕਾਰਡ ਘਸਾਉਂਦਾ ਤੇ ਲੈ ਆਉਂਦਾ, ਕਿਉਂਕਿ ਹੈ ਨਾ ਜੀ, ਈਜ਼ੀ ਆ। ਸੋ ਉਹਨਾਂ ਚੀਜ਼ਾਂ ਤੋਂ ਬਚੋ, ਕਿਉਂਕਿ ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਉਸੇ ਚੀਜ਼ ਦੇ ਲਈ ਤੁਸੀਂ ਉਸ ਚੀਜ਼ ਦੀ ਵਰਤੋਂ ਕਰੋ, ਤਾਂ ਮੇਰੇ ਖਿਆਲ 'ਚ ਇਹ ਬੈਟਰ ਰਹੇਗਾ। ਸੋ ਕ੍ਰੈਡਿਟ ਕਾਰਡ ਜਿਹੜੇ ਵੱਧ ਹੋਣੇ ਉਹ ਨੁਕਸਾਨਦਾਇਕ ਨਹੀਂ, ਪਰ ਹਾਂ ਉਹਨਾਂ ਦਾ ਜਿਹੜਾ ਹੈ ਨੁਕਸਾਨ ਤੁਹਾਨੂੰ, ਜਿਵੇਂ ਕਿ ਸਤਪਾਲ ਸਰੋਆ ਜੀ ਨੇ ਦੱਸਿਆ, ਕਿ ਉਹ ਕਿਸੇ ਨਾ ਕਿਸੇ ਮੌਕੇ ਦੇ ਉੱਤੇ ਜਾ ਕੇ, ਜੇਕਰ ਤੁਹਾਡੀ ਮਤਲਬ ਮੈਂ ਐਗਜ਼ਾਮਪਲ ਇਹ ਦੇਣ ਲੱਗਾ ਸੀ ਕਿ ਪਹਿਲੇ ਸਮਿਆਂ ਦੇ ਵਿੱਚ ਨਾ ਸੀਅਰਸ ਕਾਰਡ ਵਗੈਰਾ ਦੇ ਸਟੋਰ ਕਾਰਡ, ਇਹਨਾਂ ਨੂੰ ਸਟੋਰ ਕਾਰਡ ਕਹਿੰਦੇ ਨੇ ਜੀ, ਬਿਲਕੁਲ, ਉਹਨਾਂ ਦੀ $10-20 ਦੀ ਵੀ ਕਿਸ਼ਤ ਜੇ ਕਿਸੇ ਦੀ ਘਟੇ ਹੋਏ ਨੇ, ਉਹ ਥੱਲੇ ਹੋਏ ਨੇ, ਤਾਂ ਉਹ ਵੀ ਮੇਰੇ ਖਿਆਲ ਦੇ ਵਿੱਚ ਤੁਹਾਡੀ ਲੇਟ ਪੇਮੈਂਟ ਸ਼ੋ ਹੁੰਦਾ ਹੈ। ਐਗਜ਼ੈਕਟ। ਔਰ ਕਈਆਂ ਦੇ ਇਸ ਤਰ੍ਹਾਂ ਹੋਇਆ ਕਿ ਪਤਾ ਨਹੀਂ ਸੀਗਾ, ਕ੍ਰੈਡਿਟ ਕਾਰਡ ਦੇ ਵਿੱਚ ਤੁਸੀਂ ਭੁੱਲ ਗਏ ਔਰ ਉਹਨੇ ਤੁਹਾਨੂੰ ਕਲੈਕਸ਼ਨ 'ਚ ਭੇਜ ਦਿੱਤਾ, ਤੁਸੀਂ ਇੱਕ ਵਾਰੀ ਕਲੈਕਸ਼ਨ ਚਲੇ ਗਏ ਭਾਜੀ, ਉਸ ਵੇਲੇ ਤੁਹਾਡਾ ਕਮ ਸੇ ਕਮ ਵੀ 25 ਤੋਂ 50 ਪੁਆਇੰਟ ਤੱਕ ਤੁਸੀਂ ਲੂਜ਼ ਕਰ ਜਾਂਦੇ ਜੀ। ਐਂਡ ਉਹ ਬਹੁਤ ਬੜਾ ਡੈਂਟ ਪੈ ਜਾਂਦਾ ਤੁਹਾਡੀ ਕ੍ਰੈਡਿਟ ਹਿਸਟਰੀ ਦੇ ਵਿੱਚ। ਉਹਨੂੰ ਦੁਬਾਰਾ ਬਣਾਉਣ ਲਈ ਜੀ ਫਿਰ ਤੁਸੀਂ ਉਹਦੀ ਪੇਮੈਂਟ ਕਰੋ, ਫਿਰ ਤੁਸੀਂ ਉਹਦਾ ਵੇਟ ਕਰੋ। ਬਹੁਤ ਅੱਛੇ ਜੀ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਾਂਗੇ ਕਿ ਸੌਫਟ ਕ੍ਰੈਡਿਟ ਚੈੱਕ ਤੇ ਹਾਰਡ ਕ੍ਰੈਡਿਟ ਚੈੱਕ ਜਿਹੜਾ ਜੋ ਕੀ ਹੁੰਦਾ ਹੈ, ਸੋ ਤੁਸੀਂ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਔਰ ਅਸੀਂ ਆਪਣੇ ਦਰਸ਼ਕਾਂ ਦੇ, ਸਾਡੇ ਦਰਸ਼ਕ ਬਹੁਤ ਸਾਰੇ ਇਹ ਸਵਾਲ ਵੀ ਕਰਦੇ ਨੇ ਕਿ ਇੱਕ ਪ੍ਰਾਪਰਟੀ ਸਾਡੇ ਕੋਲ ਹੈਗੀ ਹੈ, ਅਸੀਂ ਇੱਕ ਦੂਜੀ ਹੋਰ ਲੈਣੀ ਹੈ, ਜਾਂ ਅਸੀਂ ਇੱਕ ਹੈਗੀ ਆ, 2 ਅਸੀਂ ਦੂਜੀ ਹੋਰ ਬੁੱਕ ਕਰਵਾਉਣੀ ਹੈ, ਉਹਦੇ ਲਈ ਸਾਨੂੰ ਦੱਸੋ ਕਿ ਇਹ ਤਾਂ ਆਮ ਹੁਣ ਸਾਰੀ ਪਬਲਿਕ ਨੂੰ ਪਤਾ ਹੀ ਹੈ ਕਿ ਦੂਜੀ ਪ੍ਰਾਪਰਟੀ ਜਿਹੜੀ ਓਬਵੀਅਸਲੀ ਉਹਦਾ ਡਾਊਨ ਪੇਮੈਂਟ ਜਿਹੜਾ ਵੱਧ ਦੇਣਾ ਪਏਗਾ। ਸੋ ਇਹਦੇ ਬਾਰੇ ਥੋੜਾ ਦੱਸੋ ਵੀ ਇਹਦੇ ਲਈ ਕੀ ਸੋਲੂਸ਼ਨ ਤੁਸੀਂ ਸੇਵਾਵਾਂ
ਪ੍ਰੋਵਾਈਡ ਕਰਦੇ ਹੋ ਜੀ? ਨਹੀਂ ਦੇਖੋ ਤੁਸੀਂ ਕਈ ਵਾਰੀ ਹੁੰਦਾ ਕਿ ਸਾਡੇ ਕੋਲ ਘਰ ਅਸੀਂ ਕਾਫੀ ਚਿਰ ਤੋਂ ਲਏ ਹੁੰਦੇ ਨੇ, ਇਕੁਇਟੀ ਬਿਲਡਅਪ ਹੋ ਗਈ ਹੁੰਦੀ ਹੈ, ਸਾਡੀ ਮੌਰਗੇਜ ਉੱਤੇ ਜ਼ਿਆਦਾ ਨਹੀਂ ਹੁੰਦੀ ਹੈਗੀ, ਤੁਸੀਂ ਉਹਨੂੰ ਰੀਫਾਈਨਾਂਸ ਕਰਕੇ ਇਕੁਇਟੀ ਟੇਕ ਆਊਟ ਕਰ ਸਕਦੇ ਹੈਗੇ ਆ। ਤੁਸੀਂ ਅੱਗੇ ਇਨਵੈਸਟਮੈਂਟ ਕਰਨਾ, ਤੁਸੀਂ ਅੱਗੇ ਇਨਵੈਸਟ ਕਰ ਸਕਦੇ ਹੈਗੇ ਆ। ਇੱਥੇ ਸਾਨੂੰ ਲੀਗਲੀ ਅਲਾਓ ਹੈਗਾ ਆ ਵੀ ਅਸੀਂ ਆਪਣਾ ਪ੍ਰਾਇਮਰੀ ਰੈਜ਼ੀਡੈਂਸ ਵੀ ਰੱਖ ਸਕਦੇ ਹੈਗੇ ਆ, ਔਰ ਅਸੀਂ ਆਪਣਾ ਜਿਹੜਾ ਸੈਕੰਡਰੀ ਜਿਹੜੇ ਅਸੀਂ ਇਹਨੂੰ ਇਨਵੈਸਟਮੈਂਟ ਪ੍ਰਾਪਰਟੀਆਂ ਕਹਿ ਦਿੰਦੇ ਹੈਗੇ ਆ। ਮੰਨ ਲਓ ਤੁਸੀਂ ਰੈਂਟ ਆਊਟ ਕਰਨੀ ਜਾਂ ਤੁਸੀਂ ਆਪਣੇ ਬੱਚਿਆਂ ਵਾਸਤੇ ਲੈਣੀ ਆ, ਤੁਸੀਂ ਉਹ ਵੀ ਪ੍ਰਾਪਰਟੀਆਂ ਲੈ ਸਕਦੇ ਹੈਗੇ ਆ। ਪਰ ਉਹਨਾਂ ਵਾਸਤੇ ਜੇ ਤੁਸੀਂ ਉਹਨੂੰ ਕੁਆਲੀਫਾਈ ਕਰਨਾ ਹੈਗਾ, ਮੈਂ ਇਹੋ ਸੁਜੈਸਟ ਕਰਾਂਗਾ ਤੁਸੀਂ ਮੇਰੇ ਨਾਲ ਬੈਠੋ ਆ ਕੇ, ਤਾਂ ਕਿ ਤੁਹਾਡਾ ਅਸੀਂ ਦੇਖ ਸਕੀਏ ਤੁਹਾਡੀ ਇਨਕਮ ਕਿੰਨੀ ਕੁ ਆਉਂਦੀ ਆ, ਉਦੋਂ ਸਾਡਾ ਪੋਟੈਂਸ਼ੀਅਲ ਰੈਂਟਲ ਇਨਕਮ ਕਿੰਨੀ ਕੁ ਆਉਣੀ ਹੈਗੀ ਆ, ਔਰ ਅਗਰ ਕੋਈ ਸਾਡੇ ਵਿੱਚ ਉਹਦੇ ਕੋਈ ਐਡ ਇਨਕਮ ਕਿਸੇ ਪਾਸੋਂ ਕਰਨੀ ਪੈਂਦੀ ਹੈ ਜਾਂ ਕਿਸੇ ਬੱਚੇ ਨੂੰ ਨਾਲ ਲੈ ਕੇ ਆਉਣਾ ਪੈਂਦਾ, ਅਸੀਂ ਉਹਨੂੰ ਪਲਾਨ ਕਰ ਲਈਏ ਅਪਫਰੰਟ ਉਹਨੂੰ ਪਲਾਨ ਕਰ ਲਈਏ। ਬਹੁਤ ਅੱਛੇ। ਸੋ ਇਹ ਜਿਹੜੀਆਂ ਗੱਲਾਂ ਨੇ ਜੀ, ਇਹ ਬੜੀਆਂ ਜਿਵੇਂ ਕਹਿੰਦੇ ਨਿੱਕੀਆਂ ਪਰ ਤਿੱਖੀਆਂ। ਇਹ ਅੱਜ ਨਿੱਕੀ ਜੀ ਗੱਲ ਲੱਗਦੀ ਹੈ, ਲੇਕਿਨ ਉਹ ਵੱਡਾ ਇੰਪੈਕਟ ਜਿਹੜੀ ਅੱਜ ਇੱਕ ਗੱਲ ਜਿਹੜੀ ਨਾ, ਜੇ ਅਸੀਂ ਅੱਜ ਕਹਿ ਲਈਏ ਕਿ $100 ਦੀ ਗੱਲ ਕਰ ਰਹੇ ਹਾਂ, ਤਾਂ ਉਹ ਕਦੋਂ 1000 ਦੀ ਤੇ 1000 ਤੋਂ ਲੱਖ ਤੇ ਫਿਰ ਮਿਲੀਅਨ ਦੀ ਬਣ ਜਾਣਾ, ਇਸ ਦਾ ਸ਼ਾਇਦ ਤੁਸੀਂ ਅੰਦਾਜ਼ਾ ਜਿਹੜੇ ਇੱਥੇ 20-25 ਸਾਲਾਂ ਤੋਂ ਇਹਨਾਂ ਮੁਲਕਾਂ ਦੇ ਵਿੱਚ ਖਾਸ ਤੌਰ ਤੇ GTA 'ਚ ਲੋਕ ਰਹਿ ਰਹੇ ਨੇ, ਉਹਨਾਂ ਨੇ ਵੇਖਿਆ ਹੋਏਗਾ ਕਿ 1.5 ਲੱਖ ਦੇ ਘਰ ਜਾਂ 2-2 ਲੱਖ ਦੇ, 2.25 ਲੱਖ ਦੇ ਜਿਹੜੇ ਘਰ ਨੇ, ਅੱਜ ਉਹਨਾਂ ਦੀਆਂ ਕੀਮਤਾਂ ਜਿਹੜੇ ਤੁਸੀਂ ਵੀ ਖਰੀਦੇ ਹੋਣਗੇ, ਉਹਨਾਂ ਦੀਆਂ ਕੀਮਤਾਂ ਕਿੱਥੇ ਪਹੁੰਚ ਗਈਆਂ ਨੇ। ਸੋ ਜੇਕਰ ਇਹ ਜਿਹੜੇ ਕਦਮ ਜਿਹੜੇ ਉਹ ਸਟੈਪ ਜਿਹੜੇ ਲੈਣੇ ਨੇ ਜੀ, ਉਹ ਜਿਹਨੂੰ ਆਪਾਂ ਬੇਬੀ ਸਟੈਪ ਕਹਿ ਦਿੰਦੇ ਹਾਂ, ਔਰ ਇਹ ਬੇਬੀ ਸਟੈਪਸ ਜਿਹੜੇ ਨੇ ਜੀ, ਉਹ ਬਹੁਤ ਅੱਗੇ ਚੱਲ ਕੇ ਤੁਹਾਡੀ ਜ਼ਿੰਦਗੀ ਨੂੰ ਸੁਖਾਲਾ ਵੀ ਬਣਾ ਸਕਦੇ ਨੇ, ਅਤੇ ਜੇਕਰ ਉਹ ਬੇਬੀ ਸਟੈਪ ਕਿਤੇ ਗਲਤ ਲਿਆ ਜਾਵੇ ਤਾਂ ਉਹ ਤੁਹਾਨੂੰ ਮੁਸ਼ਕਿਲ 'ਚ ਵੀ ਪਾ ਸਕਦੇ ਨੇ। ਸੋ ਸਾਡਾ ਮਕਸਦ ਤੁਹਾਨੂੰ ਡਰਾਉਣਾ ਨਹੀਂ, ਤੁਹਾਡੇ ਮੁਸ਼ਕਿਲ ਦਾ ਫਾਈਨੈਂਸ਼ੀਅਲ ਜਿਹੜੀ ਤੁਹਾਡੀ ਕੋਈ ਜਿਹੜੀ ਤੁਹਾਡੀ ਨੀਡ ਹੈ, ਉਹਦਾ ਹੱਲ ਸੋਲੂਸ਼ਨ ਜਿਹੜਾ ਤੁਹਾਨੂੰ ਪ੍ਰੋਵਾਈਡ ਕਰਵਾਉਣਾ ਹੈ। ਸੋ ਅਸੀਂ ਵਾਪਸ ਆਉਂਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਔਰ ਬ੍ਰੇਕ ਤੋਂ ਬਾਅਦ ਅਸੀਂ ਜਾਣਾਂਗੇ ਕਿ ਮਾਰਕੀਟ ਘਰਾਂ ਦੀ ਕਿੱਧਰ ਨੂੰ ਜਾ ਰਹੀ ਹੈ ਅਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੌਰਗੇਜਸ ਹਨ ਉਹ ਹੋਰ ਮਹਿੰਗੀਆਂ ਹੋ ਰਹੀਆਂ ਨੇ। ਤੁਹਾਨੂੰ ਅਫੋਰਡੇਬਿਲਿਟੀ ਵਿਦਿਨ ਰੇਂਜ ਰਹਿਣਾ ਕੀ ਫਾਇਦਾ, ਕੀ ਉਹਦੇ ਮਾਇਨੇ ਹੁੰਦੇ ਨੇ, ਇਹਦੇ ਬਾਰੇ ਗੱਲ ਕਰਾਂਗੇ। ਵਾਪਸ ਆਉਂਦੇ ਹਾਂ ਬ੍ਰੇਕ ਤੋਂ ਬਾਅਦ। ਹੈਲੋ ਕੈਨੇਡਾ TV ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੁਹਾਡਾ ਨਿੱਘਾ ਸਵਾਗਤ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮੌਰਗੇਜ ਬ੍ਰੋਕਰ ਸਤਪਾਲ ਸਰੋਇਆ ਜੀ ਹਾਜ਼ਰ ਹਨ, ਅਤੇ ਅਸੀਂ ਗੱਲਬਾਤ ਕਰ ਰਹੇ ਸੀ ਮੌਰਗੇਜ ਜਿਹੜੀ ਹੈ ਜੀ, ਜਿਹੜੇ ਰੇਟਸ ਹਨ ਉਹ ਵਧੇ ਨੇ। ਬੈਂਕ ਆਫ ਕੈਨੇਡਾ ਨੇ ਕੁਝ ਪੁਆਇੰਟਸ ਰੇਟ ਆਫ ਇੰਟਰਸਟ ਵਧਾਇਆ, ਤਾਂ ਉਹਦਾ ਅਸਰ ਦੇ ਬਾਰੇ ਤੁਸੀਂ ਗੱਲਬਾਤ ਸੁਣ ਲਈ ਹੈ ਪਹਿਲੇ ਹਿੱਸੇ ਦੇ ਵਿੱਚ। ਤੇ ਹੁਣ ਅਸੀਂ ਗੱਲ ਕਰਾਂਗੇ ਕਿ ਇਹ ਜਿਹੜਾ ਕ੍ਰੈਡਿਟ ਚੈੱਕ ਹੁੰਦਾ ਹੈ, ਸਰੋਆ ਸਾਹਿਬ ਪਹਿਲਾਂ ਤਾਂ ਨਿੱਘੀ ਜੀ ਨੂੰ ਵੈਲਕਮ ਬੈਕ। ਥੈਂਕ ਯੂ। ਇਹ ਸੌਫਟ ਤੇ ਹਾਰਡ ਕ੍ਰੈਡਿਟ ਚੈੱਕ ਕੀ ਹੁੰਦਾ ਜੀ? ਹਾਂਜੀ, ਸੌਫਟ ਕ੍ਰੈਡਿਟ ਅਸੀਂ ਉਹਨੂੰ ਕਹਿੰਦੇ ਹੈਗੇ ਜਦੋਂ ਤੁਸੀਂ ਆਪਣਾ ਕ੍ਰੈਡਿਟ ਖੁਦ ਚੈੱਕ ਕਰਦੇ, ਆਪਣੀ ਕ੍ਰੈਡਿਟ ਜਿਹੜੀ ਆ ਹਿਸਟਰੀ ਆ, ਜਿੱਦਾਂ ecofax.com ਤੇ ਜਾ ਕੇ ecofax.ca ਤੇ ਜਾ ਕੇ ਤੁਸੀਂ ਚੈੱਕ ਕਰਦੇ ਆ, ਉਹ ਸੌਫਟ ਹੁੰਦਾ ਹੈਗਾ। ਕਈ ਵਾਰੀ ਤੁਸੀਂ ਕੋਈ ਅਸੀਂ ਕੋਈ ਘਰ ਰੈਂਟ ਕਰ ਰਹੇ ਹਾਂ, ਅਸੀਂ ਕੋਈ ਲੀਜ਼ ਕਰ ਰਹੇ ਹਾਂ, ਉਸ ਵੇਲੇ ਵੀ ਕਈ ਵਾਰੀ ਇਨਕੁਆਰੀ ਹੁੰਦੀ, ਉਹਨੂੰ ਅਸੀਂ ਸੌਫਟ ਇਨਕੁਆਰੀ ਕਹਿ ਦਿੰਦੇ ਹੈਗੇ। ਜਿਹੜੀ ਹਾਰਡ ਇਨਕੁਆਰੀ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਕਿਤੇ ਕੋਈ ਮੌਰਗੇਜ ਲੈ ਰਹੇ ਆ, ਕੋਈ ਲੋਨ ਲੈ ਰਹੇ ਆ, ਕੋਈ ਕਾਰ ਲੋਨ ਲੈ ਰਹੇ ਹੈਗੇ ਆ, ਉਹ ਜਦੋਂ ਤੁਹਾਡਾ ਇਨਕੁਆਰੀ ਚੈੱਕ ਹੁੰਦੀ ਹੈਗੀ ਆ, ਕ੍ਰੈਡਿਟ ਚੈੱਕ ਹੁੰਦਾ, ਉਹਨੂੰ ਅਸੀਂ ਹਾਰਡ ਇਨਕੁਆਰੀ ਕਹਿੰਦੇ ਹਾਂ। ਅਤੇ ਹਰ ਇੱਕ ਇਨਕੁਆਰੀ 'ਤੇ ਤੁਹਾਡੇ ਜਿਹੜੇ ਪੁਆਇੰਟ ਉਹ ਘਟਦੇ ਨੇ। ਮੈਂ ਉਹੀ ਕਹਿਣ ਲੱਗਾ ਸੀ, ਮੇਰਾ ਸਵਾਲ ਜਿਹੜਾ ਅਗਲਾ ਇਹੀ ਸੀਗਾ ਕਿ ਸਾਡੇ ਕਈ ਦਰਸ਼ਕ ਜਿਹੜੇ ਹਨ ਜੀ, ਉਹ ਇਹ ਪੁੱਛਦੇ ਹਨ ਕਿ ਵੀ ਮੇਰਾ ਕ੍ਰੈਡਿਟ ਡਾਊਨ ਕਿਵੇਂ ਚਲਾ ਗਿਆ। ਪਰ ਉਹ ਬਾਅਦ ਦੇ ਵਿੱਚ ਜਿਹੜੀ ਹੁਣੇ ਤੁਸੀਂ ਗੱਲ ਦੱਸ ਕੇ ਹਟੇ ਹੋ, ਤਾਂ ਇਸ ਗੱਲ ਦਾ ਖਿਆਲ ਰੱਖੋ ਕਿ ਜਦੋਂ ਅਸੀਂ ਥਾਂ 'ਤੇ ਜਾ ਕੇ ਆਪਣਾ ਜਿਹੜਾ ਜਿਵੇਂ ਕਹਿੰਦੇ ਨਾ ਜੀ, ਆਪਣਾ ਚੀਰ ਫਾੜ ਕਰਵਾਉਂਦੇ ਹਾਂ ਆਪਣੇ ਕ੍ਰੈਡਿਟ ਦਾ, ਉਹਨੂੰ ਚੈੱਕ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਉਹ ਨੁਕਸਾਨਦਾਇਕ ਇਸ ਤਰੀਕੇ ਨਾਲ ਹੁੰਦਾ ਹੈ। ਸੋ ਸਾਹਿਬ, ਇਹ ਜਿਹੜੇ ਕ੍ਰੈਡਿਟ ਦੇ ਨਾਲ ਚੈੱਕ ਕਰਨ ਦੇ ਨਾਲ ਅਗਲੇ ਨੇ ਲੋਨ ਤਾਂ ਲਿਆ ਨਹੀਂ ਹੁੰਦਾ ਜੀ, ਜਾਂ ਉਹਨੂੰ ਮਿਲਿਆ ਨਹੀਂ ਹੁੰਦਾ, ਜਾਂ ਉਹਨੇ ਨਹੀਂ ਲੈਣਾ ਹੁੰਦਾ, ਤੇ ਇਹਦਾ ਫਿਰ ਬੈਸਟ ਸੋਲੂਸ਼ਨ ਕੀ ਹੈ ਜੀ? ਕੀ ਤੁਸੀਂ ਸੁਜੈਸਟ ਕਰੋਗੇ ਕਿ ਕਿੱਦਾਂ, ਤਾਂ ਕਿ ਉਹਨਾਂ ਦੇ ਕ੍ਰੈਡਿਟ ਸਕੋਰ ਦੇ ਉੱਤੇ ਅਸਰ ਨਾ ਪਵੇ ਜੀ? ਦੇਖੋ, ਫਸਟ ਆਫ ਆਲ ਟਰਾਈ ਕਰੋ, ਅਗਰ ਜ਼ਰੂਰਤ ਨਹੀਂ ਹੈ ਕੋਈ ਇਨਕੁਆਰੀ ਨਾ ਪਵਾਵੋ। ਟਰਾਈ ਇਹ ਹੋਣੀ ਚਾਹੀਦੀ ਹੈ, ਅਗਰ ਜ਼ਰੂਰਤ ਨਹੀਂ ਹੈ ਕੋਈ ਇਨਕੁਆਰੀ ਨਾ ਪਾਵੋ। ਦੂਸਰੀ ਹੈ ਕਿ ਸਾਨੂੰ ਜਿਹੜੀ ਇਕੋਫੈਕਸ ਦਾ ਇਹਨਾਂ ਦਾ ਇੱਕ ਆਪਣਾ ਮੋਡਿਊਲ ਹੈਗਾ, ਦ ਵੇ ਆਫ ਵਰਕਿੰਗ ਹੈ। ਤੁਸੀਂ ਸਾਲ ਦੇ ਵਿੱਚ ਅਗਰ 4-5 ਇਨਕੁਆਰੀਆਂ ਤੁਹਾਡੀ ਇੱਕ ਸਾਲ ਦੇ ਵਿੱਚ ਪੈ ਵੀ ਜਾਂਦੀਆਂ ਹੈਗੀਆਂ, ਕੋਈ ਬੜੀ ਗੱਲ ਨਹੀਂ ਹੈਗੀ। ਕੀ ਪੁਆਇੰਟ ਉਹ 'ਚ ਹੋਣਾ ਚਾਹੀਦਾ ਵੀ ਜਿਹੜੇ ਤੁਹਾਡੇ ਪੇਮੈਂਟਸ ਹੈ, ਕ੍ਰੈਡਿਟ ਕਾਰਡ ਦੀਆਂ ਪੇਮੈਂਟਸ ਹੈ, ਜਾਂ ਤੁਹਾਡੀ ਕਾਰ ਲੋਨ ਦੀਆਂ ਪੇਮੈਂਟਸ ਹੈ, ਉਹ ਤੁਸੀਂ ਇਨ ਟਾਈਮ ਕਰੀ ਜਾਓ। ਕਿਉਂਕਿ ਇਹਨਾਂ ਦਾ ਸਿਸਟਮ ਹੈ ਇਕੋਫੈਕਸ ਦਾ ਕਿ ਉਹ ਹਰ ਇੱਕ ਆਈ ਥਿੰਕ 3rd ਵੀਕ ਆਫ ਦਾ ਮੰਥ ਉਹ ਤੁਹਾਡੇ ਸਿਸਟਮ 'ਚ ਅਪਡੇਟ ਕਰਦੇ ਨੇ ਜੀ, ਔਰ ਉਸੇ ਵਿੱਚ ਹੀ ਜਿਹੜੀ ਤੁਹਾਡੀਆਂ ਪਿਛਲੇ ਦੀਆਂ ਇਨਕੁਆਰੀਆਂ ਉੱਥੇ ਅਪਡੇਟ ਹੋ ਜਾਣੀਆਂ ਹੈਗੀਆਂ, ਕਿਉਂਕਿ ਹਰ ਇੱਕ ਲੈਂਡਰ ਨੇ ਉਸ ਇਕੋਫੈਕਸ ਆਫ ਨੂੰ ਇਨਫੋਰਮ ਕਰਨਾ ਹੁੰਦਾ। ਠੀਕ ਹੈ ਜੀ। ਔਰ ਜਦੋਂ ਤੁਹਾਡੀਆਂ ਜ਼ਿਆਦਾ ਇਨਕੁਆਰੀਆਂ ਜਾਂਦੀਆਂ ਹੈਗੀਆਂ, ਅਤੇ ਜਿੱਦਾਂ ਇੱਕ ਇਨਕੁਆਰੀ ਕਈ ਵਾਰੀ 5, ਕਈ ਵਾਰੀ 7, ਕਈ ਵਾਰੀ ਇਵਨ 11 ਪੁਆਇੰਟ ਵੀ ਤੁਸੀਂ ਲੂਜ਼ ਕਰ ਜਾਂਦੇ ਹੋ ਉੱਥੇ। ਅਤੇ ਉਹ ਜਦੋਂ ਤੁਹਾਡਾ ਕੁਐਸਚਨ ਇਹ ਸੀਗਾ ਵੀ ਸਾਡੇ ਕ੍ਰੈਡਿਟ ਕਿਉਂ ਡਾਊਨ ਆਉਂਦਾ ਹੈ, ਅਤੇ
ਕਈ ਵਾਰੀ ਇਸ ਤਰ੍ਹਾਂ ਵੀ ਭਾਜੀ ਹੁੰਦਾ ਕਿ ਕਈ ਇਹ ਜਿਹੜਾ ਕਲਾਇੰਟ ਹੈ, ਕਸਟਮਰ ਹੈ, ਉਹਨੂੰ ਨਹੀਂ ਪਤਾ ਹੁੰਦਾ ਕਿ ਉਹ ਕੀ ਕਰ ਰਿਹਾ ਹੈਗਾ। ਜੀ। ਉਹਨੇ ਕਿਸੇ ਕੋਲ ਚਲੇ ਗਿਆ, ਉਹਨੇ ਮੰਨ ਲੈਟ ਸੇ ਤੁਸੀਂ ਇੱਕ ਕਾਰ ਲੋਨ ਵਾਸਤੇ ਚਲੇ ਗਏ ਜੀ। ਤੁਸੀਂ ਇੱਕ ਜਗ੍ਹਾ ਤੋਂ ਨਹੀਂ ਕੁਆਲੀਫਾਈ ਕੀਤੇ, ਉਹਨੇ ਦੂਸਰੀ ਜਗ੍ਹਾ ਭੇਜ ਦਿੱਤੀ ਫਾਈਲ, ਤੀਸਰੀ ਜਗ੍ਹਾ ਭੇਜ ਦਿੱਤੀ ਉਹਨੇ ਜਗ੍ਹਾ ਉਹਨੇ ਜਿੰਨੇ ਔਰ ਟੀਕੇ ਜਿੱਥੇ ਜਿੱਥੇ ਗਏ ਤੁਸੀਂ, ਜਿੱਥੇ ਜਿੱਥੇ ਇਨਕੁਆਰੀਆਂ ਪੈ ਗਈਆਂ ਤੁਹਾਡੀਆਂ, ਤੁਹਾਡੇ ਉੱਥੇ ਕ੍ਰੈਡਿਟ ਡਾਊਨ ਹੋ ਜਾਂਦੇ ਹੈਗੇ। ਸੋ ਬੀ ਕੇਅਰਫੁਲ। ਹਾਂ, ਸਾਨੂੰ ਕ੍ਰੈਡਿਟ ਚਾਹੀਦੇ ਨੇ, ਅਸੀਂ ਅਪਲਾਈ ਕਰਨੇ ਨੇ, ਪਰ ਬੀ ਕੇਅਰਫੁਲ। ਹੁਣ ਤਾਂ ਇਨਫੋਰਮੇਸ਼ਨ ਕਾਫੀ ਅਵੇਲੇਬਲ ਹੈਗੀ ਆ, ਫੋਨ ਤੇ ਵੀ, ਗੂਗਲ ਤੇ ਵੀ ਹੈਗੀ ਆ। ਬਿਲਕੁਲ। ਤੁਸੀਂ ਮੈਨੇ ਕਿਸੇ ਨੇ ਗੱਲ ਕਰਨੀ, ਤੁਸੀਂ ਮੇਰੇ ਨਾਲ ਗੱਲ ਕਰ ਲਓ, ਤੁਹਾਨੂੰ ਗਾਈਡ ਕਰਾਂਗੇ ਅਸੀਂ। ਕੋਈ ਇਹ ਨਹੀਂ ਕਿ ਸਾਡਾ ਪਰਪਸ ਇਹ ਹੁੰਦਾ ਕਿ ਇੱਕ ਹੈਲਦੀ ਸਿਸਟਮ ਬਣ ਜਾਏ, ਹੈਲਦੀ, ਜਿਹਦੇ ਨਾਲ ਕੀ ਹੋਵੇ ਕਿ ਅੱਜ ਥੋੜੀ ਜਿਹੀ ਗਾਈਡੈਂਸ ਦੇ ਨਾਲ ਇਹਦਾ ਅਗਰ ਫਿਊਚਰ ਅੱਛਾ ਹੋ ਜਾਂਦਾ ਹੈ ਤਾਂ ਦੇयर इज ਨਥਿੰਗ ਰੋਂਗ ਇਨ ਇਟ। ਬਹੁਤ ਅੱਛੇ ਜੀ। ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਤੁਸੀਂ ਸਤਪਾਲ ਸਰੋਆ ਜੀ ਦੇ ਨਾਲ ਇਹਨਾਂ ਦੇ ਜਿਹੜੇ ਸਕਰੀਨ ਤੇ ਦਿਖਾਏ ਗਏ ਨੰਬਰ ਨੇ ਉਹਨਾਂ ਦੇ ਉੱਤੇ ਸੰਪਰਕ ਕਰਕੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੰਸਲਟੈਂਸੀ ਅਪਾਇੰਟਮੈਂਟ ਲੈ ਕੇ ਇਹਨਾਂ ਨੂੰ ਮਿਲ ਸਕਦੇ ਹੋ। ਔਰ ਬੜਾ ਜਿਹੜਾ ਹੈ ਜੀ ਕਨਵੀਨੀਅੰਟ ਲੋਕੇਸ਼ਨ ਦੇ ਉੱਤੇ ਇਹਨਾਂ ਦਾ ਆਫਿਸ ਹੈ ਮਿਸੀਸਾਗਾ ਦੇ ਵਿੱਚ 403 ਐਂਡ ਹੋਰੰਟਾਰੀਓ ਦੇ ਲਾਗੇ ਸਕੁਆਇਰ 1 ਦੇ ਬਿਲਕੁਲ ਨਜ਼ਦੀਕ। ਸੋ ਗੱਲ ਹੁੰਦੀ ਹੈ ਕਿ ਅਸੀਂ ਕਈ ਵਾਰੀ ਝਿਜਕ ਜਾਂਦੇ ਹਾਂ। ਸੋ ਜਦੋਂ ਗੱਲਬਾਤ ਪੈਸੇ ਧੇਲੇ ਦੇ ਨਾਲ ਉਸ ਦੇ ਬਾਬਤ ਹੈ, ਕੋਈ ਫਾਈਨੈਂਸ਼ੀਅਲ ਤੁਹਾਡੀ ਟ੍ਰਾਂਜੈਕਸ਼ਨ ਦੀ ਤੁਹਾਨੂੰ ਜ਼ਰੂਰਤ ਹੈ, ਤਾਂ ਬਿਲਕੁਲ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਤੁਹਾਨੂੰ ਤੁਹਾਡੀ ਜ਼ੁਬਾਨ ਦੇ ਵਿੱਚ ਜਿਵੇਂ ਵੀਰ ਭੈਣ ਆਪਾਂ ਸਾਰੇ ਹੈਗੇ ਉਸ ਤਰੀਕੇ ਨਾਲ ਤੁਹਾਨੂੰ ਸਮਝਾਇਆ ਜਾਏਗਾ ਕਿ ਤੁਸੀਂ ਕਿਵੇਂ ਜਿਹੜਾ ਬੈਟਰ ਜਿਹੜਾ ਹੈ ਤੁਹਾਡੇ ਲਈ ਕਿਹੜਾ ਬੈਸਟ ਸੋਲੂਸ਼ਨ ਨਿਕਲ ਸਕਦਾ ਉਸ ਸਿਚੁਏਸ਼ਨ ਦੇ ਵਿੱਚ। ਗੱਲ ਜਿਹੜੀ ਹੈ ਜੀ ਉਹ ਆਪਾਂ ਥੋੜ੍ਹੀ ਜਿਹੀ ਕਰ ਲਈਏ ਕਿ ਜਿਹੜੀਆਂ ਕੀਮਤਾਂ ਦੇ ਉੱਤੇ, ਜਿਵੇਂ ਮੌਰਗੇਜਸ ਕਹਿੰਦੇ ਨੇ ਕਿ ਜਦੋਂ ਥੱਲੇ ਹੁੰਦੀ ਹੈ ਤਾਂ ਘਰਾਂ ਦੀਆਂ ਕੀਮਤਾਂ ਉੱਤੇ ਹੁੰਦੀਆਂ ਨੇ, ਜਦੋਂ ਮੌਰਗੇਜ ਉੱਤੇ ਜਾਂਦੀ ਹੈ ਤਾਂ ਘਰਾਂ ਦੀਆਂ ਕੀਮਤਾਂ ਨੀਚੇ ਆਉਂਦੀਆਂ ਨੇ। ਸੋ ਇਹਦੇ ਬਾਰੇ ਕਾਫੀ ਚਰਚਾ ਜਿਹੜੀ ਹੈ ਨਾ ਜੀ ਪਿਛਲੇ ਹਫ਼ਤੇ 10 ਦਿਨਾਂ ਤੋਂ ਚੱਲੀ ਹੋਈ ਹੈ ਕਿ ਹੁਣ ਪਤਾ ਨਹੀਂ ਕੀਮਤਾਂ ਕਿੰਨੀਆਂ ਨੀਚੇ ਆ ਜਾਣਗੀਆਂ। ਦੇਖੋ, ਜਿਹਨੇ ਤਾਂ ਲੈਣਾ ਹੈ ਜੀ ਉਹਦੇ ਲਈ ਤਾਂ ਇਹ ਹੈ ਕਿ ਉਹਦੇ ਲਈ ਤਾਂ ਉਹਨੂੰ ਇਹ ਉਮੀਦ ਹੈ ਕਿ ਉਹ ਨੀਚੇ ਆਵੇ ਤਾਂ ਕਿ ਉਹ ਉਸਦੀ ਰੇਂਜ ਦੇ ਵਿੱਚ ਆਵੇ। ਔਰ ਜਿਸਨੇ ਵੇਚਣਾ ਹੁੰਦਾ ਉਹਨੂੰ ਇਹ ਲੱਗਦਾ ਕਿ ਜੇ ਮੈਕਸ ਪ੍ਰਾਈਸ ਮਿਲੇ, ਉਹ ਵੱਧ ਤੋਂ ਵੱਧ ਵੇਚੇ। ਜੀ ਬਿਲਕੁਲ। ਸੋ ਉਹ ਇੱਕ ਅਕਸਰ ਅਸੀਂ ਅਸਲ ਹੈਗੀ ਹੈ ਜੀ, ਸਾਡੀ ਮਾਰਕੀਟ ਦੀ ਹੈਗੀ ਹੈ, ਉਹ ਰਹਿੰਦੀ ਹੈ। ਸੋ ਤੁਸੀਂ ਕੀ ਸਮਝਦੇ ਹੋ ਕਿ ਜਿਹੜੀਆਂ ਮਾਰਗੇਜ ਦੀਆਂ ਕੀਮਤਾਂ, ਤੁਸੀਂ ਵੈਸੇ ਪਹਿਲੇ ਹਿੱਸੇ 'ਚ ਵੀ ਦੱਸਿਆ ਕਿ ਇਹ ਇਕਨੋਮੀ ਨੂੰ ਬੈਲੈਂਸ ਕਰਨ ਦੇ ਜੀ ਹਾਂਜੀ, ਰੀਅਲ ਸਟੇਟ ਮਾਰਕੀਟ ਦੇ ਉੱਤੇ ਦਾ ਕੀ ਪ੍ਰਭਾਵ ਤੁਸੀਂ ਵੇਖਦੇ ਹੋ ਕਮਿੰਗ ਡੇਜ਼ 'ਚ? ਦੇਖੋ, ਇਹਦਾ ਕੋਈ ਇੰਨੀ ਡਰਾਸਟਿਕ ਚੇਂਜ ਨਹੀਂ ਆਣੀ ਹੈਗੀ ਜੀ। ਹਾਂ, ਥੋੜਾ ਬਹੁਤਾ ਜਿੱਦਾਂ ਮਾਰਕੀਟ ਕਰੈਕਸ਼ਨ ਵਾਸਤੇ ਉਹਨਾਂ ਨੇ, ਜਿੱਦਾਂ ਸਾਡੀਆਂ ਬੈਂਕਾਂ, ਤਾਂ ਮੈਂ ਕਹਿੰਦਾ ਬੈਂਕ ਆਫ ਕੈਨੇਡਾ ਜਿਹੜੀ ਇੰਟਰਫੀਅਰ ਕਰਦੀ ਨੇ ਟਾਈਮ ਟੂ ਟਾਈਮ ਕਰਦੀ ਨੇ, ਉਹ ਕਰਦੀ ਹੈ ਵੀ ਇਟਸ ਟੂ ਹੌਟ, ਲੈਟਸ ਅਪਲਾਈ ਬ੍ਰੇਕ ਦਾ ਡਜ਼ ਨਾਟ ਮੀਨ ਕਿ ਅਸੀਂ ਯੂ ਟਰਨ ਮਾਰਨ ਲਈ ਹੈ ਜਾਂ ਕੁਝ ਕਰ ਲੈਣਾ, ਸਲੋ ਕਰਦੇ ਆ ਵੀ ਠੀਕ ਹੈ। ਵੀ ਕਿਉਂਕਿ ਜਿਹੜੀ ਸਾਡੀ ਦੇਖੋ ਰੀਅਲ ਸਟੇਟ ਸਾਡੀ ਇੰਡਸਟਰੀ ਇੱਦਾਂ ਦੀ ਹੈ ਕੈਨੇਡਾ ਦੀ ਕਿ ਜਿਹੜੀ ਇੱਕ ਆਈ ਥਿੰਕ ਇਟਸ ਬੈਕਬੋਨ ਆਫ ਓਵਰਆਲ GDP, ਜਿਹੜਾ ਸਾਡੀ ਓਵਰਆਲ GDP ਹੈ। ਕਿਉਂਕਿ ਰੀਅਲ ਸਟੇਟ ਦੇ ਨਾਲ ਰਿਲੇਟਡ ਬਹੁਤ ਸਾਰੀ ਇੰਡਸਟਰੀਜ਼ ਹੈਗੀ, ਕਿਤੇ ਹੋਰ ਬਹੁਤ ਸਾਰੀ ਇੰਪਲਾਇਮੈਂਟ ਹੈਗੀ ਹੈ। ਸੋ ਬੈਂਕ ਆਫ ਕੈਨੇਡਾ ਜਿਹੜੀ ਹੈ ਸਾਡੀ ਗਵਰਨਮੈਂਟ ਜਿਹੜੀ ਟਾਈਮ ਟੂ ਟਾਈਮ ਉਹ ਇਸ ਕਰਕੇ ਇੰਟਰਫੀਅਰ ਕਰਦੀ ਹੈ ਕਿ ਸਾਡੀ ਇਹੋ ਜਿਹੜੀ ਇੰਡਸਟਰੀ ਹੈ ਸਲੋ ਡਾਊਨ ਵੀ ਨਹੀਂ ਹੋਵੇ ਮਗਰ ਬਹੁਤ ਹੌਟ ਵੀ ਨਹੀਂ ਹੋ ਜਾਏ, ਤਾਂ ਕਿ ਆਊਟ ਆਫ ਕੰਟਰੋਲ ਨਾ ਹੋ ਜਾਏ। ਇੱਕ ਹੋਰ ਬੈਠੇ ਮੈਂ ਧਿਆਨ ਚ ਆ ਰਿਹਾ ਸੀ ਕਿ ਦੇਖੋ ਸਾਡਾ ਕੈਨੇਡਾ ਇੱਕ ਇਹੋ ਜਿਹਾ ਕੰਟਰੀ ਹੈ ਕਿ ਜਿੱਥੇ ਹਰ ਇੱਕ ਕੋਈ ਇੱਥੇ ਆ ਕੇ ਰਹਿਣਾ ਚਾਹੁੰਦਾ ਆ। ਰੀਜ਼ਨ ਕੀ ਆ? ਸਟੇਬਿਲਿਟੀ ਆ ਸਾਡੀ ਜੀ, ਪੋਲੀਟੀਕਲ ਸਟੇਬਿਲਿਟੀ ਹੈਗੀ ਆ, ਲਾ ਐਂਡ ਆਰਡਰ ਦੀ ਸਿਚੁਏਸ਼ਨ ਹੈਗੀ ਆ। ਔਰ ਅਸੀਂ ਬਹੁਤ ਸਾਰੇ ਕੰਟਰੀਆਂ ਦੇ ਵਿੱਚ ਲੋਕਾਂ ਕੋਲ ਪੈਸਾ ਤਾਂ ਬਹੁਤ ਹੈਗਾ ਪਰ ਉਹਨਾਂ ਕੋਲ ਆ ਇਨਵਾਇਰਨਮੈਂਟ ਹੈ ਨਹੀਂ, ਫੈਸਿਲਿਟੀਜ਼ ਅਵੇਲੇਬਲ, ਉਹ ਫੈਸਿਲਿਟੀਜ਼ ਹੈ ਨਹੀਂ। ਉਹ ਚਾਹੁੰਦੇ, ਉਹ ਵੀ ਚਾਹੁੰਦੇ ਵੀ ਠੀਕ ਹੈ ਜਿੱਦਾਂ ਸਾਡੇ ਬਹੁਤ ਸਾਰੇ ਬੱਚੇ, ਅਸੀਂ ਵੀ ਇੱਥੇ ਆਏ ਹਾਂ, ਸਾਡੇ ਬੱਚੇ ਇੱਥੇ ਆਉਂਦੇ ਨੇ ਵੀ ਚਲੋ ਸਾਡੇ ਬੱਚਿਆਂ ਵਾਸਤੇ ਉੱਥੇ ਘਰ ਹੋ ਜਾਏ। ਉਹ ਜਦੋਂ ਉਹਨਾਂ ਕੋਲ ਪੈਸਾ ਬਹੁਤ ਸਾਰਾ ਹੁੰਦਾ ਹੈ ਉਹ ਦੇ ਡੋਂਟ ਕੇਅਰ ਅਬਾਊਟ ਇਟ। ਇਹ ਵੀ ਇੱਕ ਫੈਕਟਰ ਹੈ ਕਿ ਜਦੋਂ ਸਾਡੀ ਜਿਹੜੀ ਮਾਰਕੀਟ ਦੇ ਵਿੱਚ ਜਿਹੜੀ ਪ੍ਰਾਈਸਿਸ ਜਿਹੜੀਆਂ ਸਾਡੀਆਂ ਥੋੜ੍ਹੀਆਂ ਜਿਹੀਆਂ ਨੋਰਮਲ ਨਾਲੋਂ ਉੱਪਰ ਜਾਂਦੀਆਂ ਹੈਗੀਆਂ, ਕਿਉਂਕਿ ਉਹਨਾਂ ਕੋਲ ਕੀ ਆ, they like to buy this facility actually, they are not buying the real estate asset, ਕਨਵੀਨੀਅੰਟ ਬਾਈ ਕੀਤੀ ਜਾ ਰਹੀ ਹੈ ਜੀ, ਮਾਹੌਲ ਬਾਈ ਕੀਤਾ ਜਾ ਰਿਹਾ ਹੈ, ਇਸ ਕੰਟਰੀ ਦੀਆਂ ਸਿਕਿਉਰਿਟੀ ਬਾਈ ਕੀਤੀ ਜਾ ਰਹੀ ਹੈ, ਫੈਸਿਲਿਟੀਜ਼ ਉਹ ਬਾਈ ਕੀਤੀ ਜਾ ਰਹੀਆਂ। ਬਿਲਕੁਲ ਜੀ, ਬਿਲਕੁਲ। ਔਰ ਹੁਣ ਜਿਹੜੇ ਸਾਡੇ ਇੱਥੇ ਨੇ, ਅਸੀਂ ਹੈਗੇ ਨੇ, ਸਾਨੂੰ ਫਿਰ ਉਹਨਾਂ ਨਾਲ ਜਿਹੜੇ ਬਹੁਤ ਰਿਚ ਨੇ ਉਹਨਾਂ ਦੇ ਨਾਲ ਕੰਪੀਟ ਕਰਨਾ ਪੈਂਦਾ। ਇਸ ਕਰਕੇ ਆਪਾਂ ਕਈ ਵਾਰ ਕਹਿੰਦੇ ਜੀ ਸਾਡੀ ਅਫੋਰਡੇਬਿਲਿਟੀ ਤੋਂ ਬਾਹਰ ਹੋ ਗਿਆ। ਉਹ ਬਾਹਰ ਇਸ ਕਰਕੇ ਹੋ ਜਾਂਦਾ ਹੈਗਾ ਕਿ there is someone who like to pay the price more than what you are paying it here, ਬਿਲਕੁਲ, that's the reason only। ਤੇ ਬਾਕੀ ਹੈ ਕਿ ਹਾਂ, ਜਿੱਦਾਂ ਆਪਾਂ ਜੇ ਮੈਂ ਬੈਕ ਜਾਵਾਂ ਵੀ ਇਹਦੇ 'ਤੇ ਮਾਰਕੀਟ 'ਤੇ ਅਸਰ ਆਉਣਾ ਹੈ, ਆਫ ਕੋਰਸ ਆਉਣਾ ਹੈ। ਕਿੰਨਾ ਕੁ ਆਉਣਾ ਹੈ? ਹੋ ਸਕਦਾ 15% ਆ ਜਾਏ, 20% ਆ ਜਾਏ। ਇਹ ਨਹੀਂ ਕਿ ਬਿਲਕੁਲ ਫਾਲ ਹੋ ਜਾਏਗੀ ਜਾਂ ਫਲੈਟ ਹੋ ਜਾਏਗੀ, ਇੱਦਾਂ ਕੁਛ ਨਹੀਂ ਹੈਗਾ। ਹਾਂ, ਕਿਉਂਕਿ ਜਿਹੜੀ ਜੇ ਅੱਜ ਅੱਪ ਗਈ ਹੈ ਥੋੜ੍ਹਾ ਬਹੁਤਾ ਡਾਊਨ ਜਾ ਕੇ ਇਹਨੇ ਫਿਰ ਅੱਗੇ ਇਹਨੇ ਚੱਲਦੀ ਰਹਿਣਾ ਹੈਗਾ। ਔਰ ਇਹ 'ਚ ਜਿਹੜੇ ਤੁਸੀਂ ਓਵਰਆਲ ਦੇਖਿਆ ਜਾਵੇ ਤਾਂ ਰੀਅਲ ਸਟੇਟ ਇੱਕ ਇਹੋ ਜਿਹਾ ਐਸਟ ਹੈ ਜਿਹਦੀ ਐਪਰੀਸ਼ੀਏਸ਼ਨ ਹੋਈ ਜਾਣੀ ਆ।
ਘੱਟ ਜਾਂ ਵੱਧ ਹੋਏਗੀ। ਤੁਸੀਂ ਦੇਖੋ ਸਾਡੇ ਕੋਲ ਸਭ ਤੋਂ ਡਾਊਨ ਕਦੋਂ ਆਇਆ ਸੀ? 2008 ਦਾ 2009 ਚ ਆਇਆ ਸੀਗਾ। ਤਾਂ ਉਸ ਵੇਲੇ ਵੀ ਹਾਲਾਂਕਿ ਯੂਐਸ ਦੇ ਵਿੱਚ ਜਿਹੜਾ ਸੀਗਾ, ਯੂਐਸ ਦੇ ਵਿੱਚ ਬਹੁਤ ਬੁਰਾ ਅਸਰ ਆ ਗਿਆ ਸੀਗਾ। ਕੈਨੇਡੀਅਨ ਸਾਡੀ ਇਕਨੋਮੀ ਆ ਜਿਹੜੀ ਕਿ ਇਹਨੇ ਬੜਾ ਅੱਛੇ ਇਹਨੂੰ ਰਜਿਸਟ ਕੀਤਾ ਹੈਗਾ। ਇਹ ਨਹੀਂ ਕਿ ਇਸ ਲੋਕਾਂ ਨੇ ਉਸ ਵੇਲੇ ਘਰ ਛੱਡ ਦਿੱਤੇ ਸੀਗੇ, ਕੋਈ ਇਦਾਂ ਨਹੀਂ ਸੀ ਹੋਇਆ ਸੀਗਾ। ਹਾਂ, ਪ੍ਰਾਈਸਿਸ ਡਾਊਨ ਚਲੇ ਗਈਆਂ ਸੀਗੀਆਂ, ਕਰੈਕਸ਼ਨ ਬਹੁਤ ਸਾਰੀ ਆ ਗਈ ਸੀਗੀ। ਹਾਂ, ਪਰ ਇਹ ਆਈ ਡੋਂਟ ਥਿੰਕ ਕਿ ਜਿਹੜੀ ਅੱਜ ਕੱਲ੍ਹ ਤੁਸੀਂ ਕਿਸੇ ਵੀ ਬਹੁਤ ਵੱਡੇ ਇਕਨੋਮਿਸਟ ਹੈ, ਤੁਸੀਂ ਉਹਨਾਂ ਨੂੰ ਸੋਚੋ, ਸਾਡੇ ਕੋਲ ਇਹੋ ਜਿਹੀ ਸਿਚੁਏਸ਼ਨ ਕੋਈ ਨਹੀਂ ਹੈਗੀ ਕਿ ਜਿਹੜੀ ਕਿ ਸਾਡੀਆਂ ਪ੍ਰਾਈਸਿਸ ਕਿਤੇ ਉਹ ਘੇਰ ਦੇ ਲਿਆਉਣਗੇ। ਬਹੁਤ ਅੱਛੇ। ਸੋ ਮੇਰੇ ਖਿਆਲ 'ਚ ਸਾਡੇ ਦਰਸ਼ਕਾਂ ਦੇ ਲਈ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਇੱਥੇ ਹੀ ਸਮਾਪਤੀ ਜਿੱਥੇ ਕਰਨੀ ਚਾਹਾਂਗੇ, ਉੱਥੇ ਉਮੀਦ ਹੈ ਕਿ ਤੁਹਾਨੂੰ ਦੀ ਜਿਹੜੀ ਗੱਲਬਾਤ ਹੈ ਉਹ ਵਧੀਆ ਲੱਗੀ ਹੋਏਗੀ ਔਰ ਤੁਹਾਡੇ ਲਈ ਜਿਹੜਾ ਕੁਝ ਤੁਹਾਨੂੰ ਵਧੀਆ ਗੱਲ ਪਤਾ ਲੱਗੀ ਹੋਏਗੀ। ਸੋ ਵੈਸੇ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਖਾਸ ਤੌਰ ਦੇ ਉੱਤੇ ਜਦੋਂ ਹਾਲਾਤ ਜਿਵੇਂ ਕਹਿੰਦੇ ਨਾ ਜੀ ਤੁਹਾਡੇ ਅਨੁਕੂਲ ਨਾ ਹੋਣ, ਤਾਂ ਤੁਸੀਂ ਹਾਲਾਤਾਂ ਨੂੰ ਆਪਣੇ ਅਨੁਕੂਲ ਕਿਵੇਂ ਬਣਾ ਸਕਦੇ ਹੋ, ਚਾਹੇ ਉਹ ਰੀਅਲ ਸਟੇਟ ਔਰ ਫਾਈਨਾਂਸ ਦੇ ਖੇਤਰ ਦੇ ਵਿੱਚ ਜਿਹੜੀਆਂ ਉਹਦੇ 'ਚ ਕਿਹੜੀਆਂ ਐਸੀਆਂ ਗੱਲਾਂ ਬਰੀਕੀਆਂ ਨੇ ਜਿਨ੍ਹਾਂ ਨੂੰ ਤੁਹਾਨੂੰ ਧਿਆਨ ਦੇ ਵਿੱਚ ਰੱਖ ਕੇ ਅੱਗੇ ਕਦਮ ਚੱਕਣਾ ਚਾਹੀਦਾ, ਉਹ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ। ਸਾਡੀ ਪੂਰੀ ਟੀਮ ਅੰਡਰ ਵਨ ਅੰਬਰੇਲਾ, ਜਿਵੇਂ ਕਹਿ ਲਓ, ਅਸੀਂ ਰੀਅਲ ਸਟੇਟ ਅਤੇ ਫਾਈਨਾਂਸ ਮੌਰਗੇਜਿਸ ਦੀਆਂ ਸੇਵਾਵਾਂ ਤੁਹਾਨੂੰ ਦਿੰਦੇ ਹਾਂ। ਸੋ ਸਤਪਾਲ ਸਰੋਆ ਜੀ ਦਾ ਫੋਨ ਨੰਬਰ ਤੁਹਾਡੇ ਕੋਲ ਹੈ, ਸੋ ਤੁਸੀਂ ਇਹਨਾਂ ਦੇ ਨਾਲ ਜਿਹੜਾ ਜ਼ਰੂਰ ਸੰਪਰਕ ਕਰੋ। ਔਰ 647 831 4742 ਮੇਰਾ ਨੰਬਰ ਵੀ ਤੁਹਾਨੂੰ ਯਾਦ ਹੋਏਗਾ, 416 997 3000। ਸੋ ਸਰੋਆ ਸਾਹਿਬ, ਹੁਣ ਆਪਾਂ ਇਜਾਜ਼ਤ ਲਈਏ ਜੀ ਆਪਣੇ। ਥੈਂਕ ਯੂ ਜੀ, ਥੈਂਕ ਯੂ ਭਾਜੀ। ਸੋ ਤੁਹਾਡਾ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।